ਸਾਰਿਆਂ ਨੂੰ ਜੈ ਮਸੀਹ ਦੀ ਇੱਕ ਵਾਰ ਫਿਰ ਤੋਂ ਪੰਜਾਬੀ ਬਾਈਬਲ ਟ੍ਰੇਨਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਇੱਕ ਹੋਰ ਨਵੀਂ ਸਿੱਖਿਆ ਲੈ ਕੇ ਤੁਹਾਡੇ ਵਿੱਚ ਹਾਜ਼ਰ ਹਾਂ। ਅੱਜ ਅਸੀਂ ਪੈਸੇ ਦੇ ਬਾਰੇ ਦੁਬਾਰਾ ਤੋਂ ਗੱਲ ਕਰਾਂਗੇ, ਜਿਵੇਂ ਕਿ ਅਸੀਂ ਪਿਛਲੇ ਵੀਡੀਓ ਦੇ ਵਿੱਚ ਵੀ ਵੇਖਿਆ ਸੀਗਾ ਧਨ ਦੇ ਬਾਰੇ 'ਚ, ਪੈਸੇ ਦੇ ਬਾਰੇ 'ਚ। ਤੇ ਅੱਜ ਦੇ ਦਿਨ ਦੇ ਵਿੱਚ ਮੈਂ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੇ ਸਾਰਿਆਂ ਤੋਂ ਪਹਿਲਾ ਸਵਾਲ ਜਿਹੜਾ ਉਹ ਇਹ ਹੈ ਕਿ ਜਿਹੜਾ ਮਸੀਹੀ ਦਾਨ ਦੇਣਾ ਕਿਹੋ ਜਿਹਾ ਹੁੰਦਾ ਹੈ। ਦੂਸਰਾ ਸਵਾਲ ਹੈ ਕਿ ਇੱਕ ਮਸੀਹੀ ਵਿਅਕਤੀ ਦੀ ਜਨਰੋਸਿਟੀ ਜਿਹੜੀ ਹੈ, ਉਹਦੀ ਜਿਹੜਾ ਉਦਾਰਤਾ ਵਾਲਾ ਦਿਲ ਹੈ, ਉਹ ਕਿਹੋ ਜਿਹਾ ਲੱਗਦਾ ਹੈ। ਤੇ ਤੀਜੀ ਗੱਲ ਹੈ, ਯੀਸ਼ੂ ਮਸੀਹ ਨੇ ਸਾਨੂੰ ਕਿਹਾ ਕਿ ਅਸੀਂ ਸਵਰਗ ਦੇ ਵਿੱਚ ਆਪਣਾ ਧਨ ਇਕੱਠਾ ਕਰੀਏ। ਸੋ ਇੱਕ ਮਸੀਹੀ ਵਿਅਕਤੀ ਵਾਸਤੇ ਇਸ ਗੱਲ ਦਾ ਕੀ ਮਤਲਬ ਆਉਂਦਾ ਹੈ। ਸੋ ਆਓ ਅੱਜ ਦੇ ਦਿਨ ਦੇ ਵਿੱਚ ਅਸੀਂ ਮਤੀ ਦੀ ਪੁਸਤਕ ਉਹਦਾ 6 ਅਧਿਆਇ ਉਹਦਾ 19 ਤੋਂ 24 ਵਚਨ ਨੂੰ ਵੇਖ ਕੇ ਅਸੀਂ ਸ਼ੁਰੂ ਕਰਾਂਗੇ। ਇਹਨਾਂ ਆਇਤਾਂ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਆਪਣਾ ਜਿਹੜਾ ਖਜ਼ਾਨਾ ਹੈ ਉਹ ਧਰਤੀ ਦੇ ਉੱਤੇ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਜਿਹੜੇ ਨੇ ਉਹ ਆ ਕੇ ਉਹਨੂੰ ਖਾ ਜਾਂਦੇ ਨੇ, ਜਿੱਥੇ ਚੋਰ ਆਣ ਕੇ ਉਹਨੂੰ ਚੋਰੀ ਕਰ ਲੈਂਦੇ ਨੇ। ਸੋ ਪ੍ਰਭੂ ਨੇ ਕਿਹਾ ਹੈ ਕਿ ਅਸੀਂ ਆਪਣੇ ਖਜ਼ਾਨੇ ਜਿਹੜੇ ਆ, ਆਪਣਾ ਜਿਹੜਾ ਧਨ ਹੈ ਉਹਨੂੰ ਸਵਰਗ ਦੇ ਵਿੱਚ ਇਕੱਠਿਆ ਕਰੀਏ, ਜਿੱਥੇ ਨਾ ਤੇ ਉੱਥੇ ਕੀੜਾ ਤੇ ਨਾ ਉੱਥੇ ਜੰਗਾਲ ਜਿਹੜਾ ਹੈ ਉਹਨੂੰ ਡਿਸਟਰੋਏ ਕਰ ਸਕਦਾ, ਨਾਸ਼ ਕਰ ਸਕਦਾ, ਜਿੱਥੇ ਚੋਰ ਚੋਰੀ ਕਰਕੇ ਉਹਨੂੰ ਲੈ ਕੇ ਨਹੀਂ ਜਾ ਸਕਦਾ। ਸੋ ਪ੍ਰਭੂ ਜੀ ਨੇ ਕਿਹਾ ਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਹੈ। ਸੋ ਪ੍ਰਭੂ ਜੀ ਨੇ ਕਿਹਾ ਕਿ ਜਿਹੜੀ ਅੱਖ ਹੈ ਉਹ ਸਾਡੇ ਸਰੀਰ ਦਾ ਦੀਵਾ ਹੈ। ਜੇ ਤੇਰੀ ਅੱਖ ਤੰਦਰੁਸਤ ਹੈ ਤਾਂ ਤੇਰਾ ਪੂਰਾ ਸਰੀਰ ਚਾਨਣ ਦੇ ਨਾਲ ਭਰਿਆ ਹੋਇਆ ਹੈ, ਪਰ ਜੇ ਤੇਰੀ ਅੱਖ ਬੁਰੀ ਹੈ ਤਾਂ ਤੇਰਾ ਪੂਰਾ ਸਰੀਰ ਹਨੇਰੇ ਦੇ ਨਾਲ ਭਰਿਆ ਹੋਇਆ ਹੈ। ਸੋ ਫਿਰ ਪ੍ਰਭੂ ਜੀ ਨੇ ਕਿਹਾ ਹੈ ਕਿ ਇੱਕ ਵਿਅਕਤੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹੈ। ਉਹ ਜਾਂ ਤੇ ਇੱਕ ਨੂੰ ਨਫ਼ਰਤ ਕਰੇਗਾ ਤੇ ਦੂਜੇ ਨੂੰ ਪਿਆਰ ਕਰੇਗਾ। ਇਸੇ ਤਰ੍ਹਾਂ ਪ੍ਰਭੂ ਜੀ ਕਹਿੰਦੇ ਨੇ ਤੁਸੀਂ ਪੈਸੇ ਦੀ ਤੇ ਪਰਮੇਸ਼ਵਰ ਦੀ, ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ਹੋ। ਸੋ ਯੀਸ਼ੂ ਮਸੀਹ ਦੇ ਕਹਿਣ ਦਾ ਕੀ ਮਤਲਬ ਸੀਗਾ ਜਦ ਉਸਨੇ ਕਿਹਾ ਕਿ ਤੁਸੀਂ ਪੈਸੇ ਤੇ ਪਰਮੇਸ਼ਵਰ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ਹੋ। ਆਓ ਇਹਦੇ ਬਾਰੇ ਆਪਾਂ ਸੋਚੀਏ। ਆਪਾਂ ਇਹ ਗੱਲ ਵੇਖੀਏ ਕਿ ਹਰ ਇੱਕ ਮਨੁੱਖ ਦੇ ਦਿਲ ਦੇ ਅੰਦਰ ਇੱਕ ਸਿਆਸਨ ਲੱਗਾ ਹੋਇਆ ਹੈ, ਤੇ ਉਹ ਸਿਆਸਨ ਦੇ ਵਿੱਚ ਸਿਰਫ ਇੰਨੀ ਥਾਂ ਵਾ ਕਿ ਉੱਥੇ ਸਿਰਫ ਇੱਕ ਜਾਣਾ ਬਹਿ ਸਕਦਾ ਹੈ। ਜਾਂ ਤੇ ਉਹ ਜਗ੍ਹਾ ਦੇ ਉੱਤੇ ਕੋਈ ਝੂਠਾ ਦੇਵਤਾ ਮੈਂ ਬਿਠਾਊਂਗਾ, ਜਾਂ ਫਿਰ ਉਹ ਜਿਹੜਾ ਸਿਆਸਨ ਹੈ ਉਹਦੇ ਉੱਤੇ ਮੈਂ ਯੀਸ਼ੂ ਮਸੀਹ ਨੂੰ ਬਿਠਾਊਂਗਾ। ਸੋ ਹੁਣ ਯੀਸ਼ੂ ਮਸੀਹ ਸਾਨੂੰ ਇਹ ਗੱਲ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੇਰੇ ਦਿਲ ਦੇ ਸਿਆਸਨ ਦੇ ਉੱਤੇ ਕੌਣ ਬੈਠਾ ਹੋਇਆ ਹੈ। ਕੀ ਤੇਰੇ ਦਿਲ ਦੇ ਸਿਆਸਨ ਦੇ ਉੱਤੇ ਪੈਸਾ ਤੇ ਲਾਲਚ ਬੈਠਾ ਹੋਇਆ ਹੈ, ਜਾਂ ਫਿਰ ਤੇਰੇ ਦਿਲ ਦੇ ਸਿਆਸਨ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਬੈਠਾ ਹੋਇਆ ਹੈ। ਸੋ ਮੈਂ ਆਪਣੇ ਆਪ ਨੂੰ ਕਿਵੇਂ ਬਚਾ ਸਕਦਾ ਇਹ ਪੈਸੇ ਤੋਂ, ਇਹ ਲਾਲਚ ਤੋਂ, ਕਿ ਇਹ ਮੇਰੇ ਦਿਲ ਦੇ ਤਖਤ ਦੇ ਉੱਤੇ ਬੈਠੇ। ਸੋ ਕੀ ਤੁਸੀਂ ਗੱਲ ਨੂੰ ਮੇਰੀ ਨੂੰ ਸਮਝ ਰਹੇ ਹੋ? ਮੈਂ ਕਿਵੇਂ ਇਸ ਗੱਲ ਦਾ ਜਾਇਜ਼ਾ ਲਾ ਸਕਦਾ ਕਿ ਮੇਰੇ ਦਿਲ ਦੇ ਉੱਤੇ ਸਿਰਫ ਪਰਮੇਸ਼ਵਰ ਬੈਠੇ। ਸੋ ਆਓ ਅੱਜ ਦੇ ਦਿਨ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਇੱਕ ਮਸੀਹੀ ਵਿਅਕਤੀ ਜਦੋਂ ਦਾਨ ਦਿੰਦਾ ਹੈ, ਜਦੋਂ ਉਹ ਜਨਰੋਸਿਟੀ ਦਿਖਾਉਂਦਾ ਹੈ, ਜਦੋਂ ਉਦਾਰਤਾ ਦਿਖਾਉਂਦਾ ਹੈ, ਉਹਦੇ ਦੁਆਰਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਤੇ ਲਾਲਚ ਨੂੰ ਆਪਣੇ ਦਿਲ ਦੇ ਸਿਆਸਨ ਦੇ ਉੱਤੇ ਬੈਠਣ ਨਹੀਂ ਦਿੰਦਾ ਹੈ। ਸੋ ਮੈਂ ਅੱਜ ਬੜੇ ਪ੍ਰੈਕਟੀਕਲ ਜੀ ਇੱਥੇ ਐਡਵਾਈਸ ਤੁਹਾਨੂੰ ਦੇਣਾ ਚਾਹੁੰਦਾ, ਸਲਾਹ ਦੇਣਾ ਚਾਹੁੰਦਾ। ਇਸ ਨੂੰ ਕਰਨ ਵਾਸਤੇ ਮੈਂ ਤੁਹਾਨੂੰ ਨਾ ਕੁਝ ਸਿਧਾਂਤ ਸਿਖਾਉਣਾ ਚਾਹੁੰਦਾ ਜਿਹੜਾ ਮੇਰਾ ਖੁਦ ਦਾ ਪਰਿਵਾਰ ਜਿਹੜਾ ਉਹ ਕਰਦਾ ਹੈ। ਸਾਰਿਆਂ ਤੋਂ ਪਹਿਲੀ ਗੱਲ ਹੈ, ਮੈਂ ਤੁਹਾਨੂੰ ਇਹ ਸਿਖਾਉਣਾ ਚਾਹੁੰਦਾ ਕਿ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਬੜੇ ਲੰਬੇ ਸਮੇਂ ਤੋਂ ਕਰਦੇ ਰਹੇ ਹਾਂ। ਮੈਂ ਤੇ ਮੇਰੀ ਪਤਨੀ ਇਹਨੂੰ ਕਰਦੇ ਰਹੇ ਹਾਂ। ਸੋ ਮੈਂ ਇਹੀ ਗੱਲਾਂ ਜਿਹੜੀਆਂ ਤੁਹਾਡੇ ਵਿੱਚ ਰੱਖਣੀਆਂ ਚਾਹੁੰਦਾ ਵਾਂ। ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਵੇਖਾਂਗੇ ਸਾਰਿਆਂ ਤੋਂ ਪਹਿਲੀ ਗੱਲ ਹੈ ਦਸਵੰਧ ਦੇ ਬਾਰੇ 'ਚ। ਸੋ ਬਾਈਬਲ ਜਿਹੜੀ ਹੈ ਉਹ ਸਾਨੂੰ ਦਸਵੰਧ ਦੇ ਦੇਣ ਬਾਰੇ ਗੱਲ ਕਰਦੀ ਹੈ। ਇੱਕ ਮਸੀਹੀ ਹੋਣ ਦੇ ਨਾਤੇ ਤੁਹਾਨੂੰ ਦਸਵੰਧ ਦੇਣ ਵਾਲੇ ਹੋਣਾ ਚਾਹੀਦਾ ਹੈ। ਪਰ ਆਓ ਪਹਿਲਾਂ ਮੈਂ ਤੁਹਾਨੂੰ ਸਮਝਾਵਾਂ ਕਿ ਦਸਵੰਧ ਹੁੰਦਾ ਕੀ ਹੈ। ਸੋ ਸਾਰਿਆਂ ਤੋਂ ਪਹਿਲੀ ਗੱਲ ਇਹ ਕਿ ਜਿਹੜਾ ਯਹੋਵਾ ਸਾਡਾ ਪਰਮੇਸ਼ਵਰ ਹੈ, ਉਹਨੇ ਇਹ ਜਿਹੜਾ ਸਿਧਾਂਤ ਹੈ ਆਪਣੇ ਲੋਕਾਂ ਦੇ ਨਾਲ ਲੰਬਾ ਸਮਾਂ ਪਹਿਲਾਂ ਬੰਨ੍ਹ ਲਿਆ ਸੀਗਾ। ਅਸੀਂ ਵੇਖਦੇ ਹਾਂ ਇਹਦੀ ਇੱਕ ਉਦਾਹਰਨ ਜਿਹੜੀ ਆ ਲੇਵੀਆਂ ਦੀ ਪੋਥੀ 27 ਅਧਿਆਇ ਦੇ 30 ਵਚਨ ਦੇ ਵਿੱਚ ਪਾਈ ਜਾਂਦੀ ਹੈ, ਜਿੱਥੇ ਲਿਖਿਆ ਗਿਆ ਹੈ ਕਿ ਤੇਰੀ ਜ਼ਮੀਨ ਦਾ ਹਰ ਇੱਕ ਫਲ, ਤੇਰੇ ਜ਼ਮੀਨ ਦਾ, ਤੇਰੇ ਦਰਖਤਾਂ ਦਾ ਫਲ, ਇਹਦਾ 10ਵਾਂ ਹਿੱਸਾ ਜਿਹੜਾ ਹੈ ਪਰਮੇਸ਼ਵਰ ਦਾ ਹੈ। ਇਹ ਪਰਮੇਸ਼ਵਰ ਲਈ ਪਵਿੱਤਰ ਹੈ। ਸੋ ਇਹਨਾਂ ਵਚਨਾਂ ਦੇ ਵਿੱਚ ਅਸੀਂ ਵੇਖਦੇ ਹਾਂ ਦਸਵੰਧ ਦਾ ਸਿਧਾਂਤ। ਸੋ ਸਾਰਿਆਂ ਤੋਂ ਪਹਿਲੀ ਗੱਲ ਪਰਮੇਸ਼ਵਰ ਕਹਿੰਦਾ ਹੈ ਕਿ ਦਸਵੰਧ ਉਹਦਾ ਹੈ। ਸੋ ਇੱਥੇ ਜਿਹੜਾ ਦਸਵੰਧ ਹੈ ਪਰਮੇਸ਼ਵਰ ਦਾ ਹੈ।
ਸੋ ਇਹ ਮੇਰਾ ਨਹੀਂ ਹੈ, ਇਹ ਉਹਦਾ ਹੈ। ਸੋ ਇਸ ਗੱਲ ਦੀ ਵਜ੍ਹਾ ਦੇ ਨਾਲ ਜੋ ਉਹਦਾ ਹੈ ਮੈਂ ਉਹਨੂੰ ਵਾਪਸ ਕਰ ਦਿੰਦਾ ਵਾਂ। ਸੋ ਇਸ ਗੱਲ ਨੂੰ ਸਮਝੀਏ ਕਿ ਪਰਮੇਸ਼ਵਰ ਕਹਿੰਦਾ ਕਿ ਦਸਵੰਧ ਮੇਰਾ ਹੈ। ਸੋ ਇਹ ਮੇਰਾ ਹੈ, ਪਰਮੇਸ਼ਵਰ ਕਹਿੰਦਾ ਹੈ। ਸੋ ਇਸ ਕਰਕੇ ਸਾਨੂੰ ਇੱਥੇ ਥੋੜੀ ਜੀ ਸਪਸ਼ਟ ਹੋਣ ਦੀ ਜ਼ਰੂਰਤ ਹੈ। ਜਿਹੜਾ ਇੱਥੇ ਦਸਵੰਧ ਸ਼ਬਦ ਹੈ, ਇਹਦਾ ਲਿਟਰਲੀ ਜਿਹੜਾ ਅਰਥ ਹੈ ਉਹ ਹੈ 10th, 10ਵਾਂ ਹਿੱਸਾ। ਸੋ ਤੁਹਾਨੂੰ ਇਹ ਸਮਝਣਾ ਪੈਣਾ ਹੈ ਕਿ ਇਹਦਾ ਮਤਲਬ ਹੈ ਇਹ ਤੁਹਾਡੀ ਕਮਾਈ ਦਾ 10% ਬਣਦਾ ਹੈ। ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੀ ਕਮਾਈ ਦਾ 10% ਵਾਪਸ ਕਰਦੇ ਹਾਂ ਤਾਂ ਬਾਈਬਲ ਸਾਨੂੰ ਕਹਿੰਦੀ ਹੈ, ਜਦੋਂ ਵਾਪਸ ਨਹੀਂ ਕਰਦੇ ਹਾਂ, ਜਦੋਂ ਮੈਂ 10% ਆਪਣੀ ਕਮਾਈ ਦਾ ਪਰਮੇਸ਼ਵਰ ਨੂੰ ਨਹੀਂ ਦਿੰਦਾ ਤਾਂ ਬਾਈਬਲ ਇਹਨੂੰ ਕਹਿੰਦੀ ਹੈ ਕਿ ਮੈਂ ਪਰਮੇਸ਼ਵਰ ਤੋਂ ਚੋਰੀ ਕਰ ਰਿਹਾ ਵਾਂ। ਸੋ ਵੇਖੋ, ਪਰਮੇਸ਼ਵਰ ਨੇ ਇਹਦੇ ਬਾਰੇ ਮਲਾਕੀ 3:8 ਦੇ ਵਿੱਚ ਵੀ ਕਿਹਾ ਹੈ, ਜਿੱਥੇ ਉਹ ਕਹਿੰਦਾ ਹੈ ਕਿ ਇੱਕ ਵਿਅਕਤੀ ਪਰਮੇਸ਼ਵਰ ਨੂੰ ਲੁੱਟ ਸਕਦਾ ਹੈ। ਫਿਰ ਵੀ ਤੁਸੀਂ ਮੈਨੂੰ ਲੁੱਟ ਰਹੇ ਹੋ। ਕਿਵੇਂ ਲੁੱਟ ਰਹੇ ਹੋ? ਕਹਿੰਦਾ ਕਿ ਤੁਸੀਂ ਮੈਨੂੰ ਆਪਣੇ ਦਸਵੰਧਾਂ 'ਚ ਤੇ ਆਪਣੇ ਚੜਾਵਿਆਂ ਦੇ ਵਿੱਚ ਲੁੱਟ ਰਹੇ ਹੋ। ਤੁਸੀਂ ਸ਼ਰਾਪ ਦੇ ਨਾਲ ਸ਼ਰਾਪੀ ਹੋਏ ਹੋ ਤੇ ਆਪਣੇ ਦਸਵੰਧ ਮੇਰੇ ਮੋਦੀ ਖਾਨੇ 'ਚ ਲਿਆਓ ਤਾਂ ਕਿ ਮੇਰੇ ਮੋਦੀ ਖਾਨੇ ਦੇ ਵਿੱਚ ਅਨਾਜ ਹੋਵੇ, ਖਾਣਾ ਹੋਵੇ। ਸੈਨਾਵਾਂ ਦਾ ਯਹੋਵਾ ਪਰਮੇਸ਼ਰ ਕਹਿੰਦਾ ਹੈ। ਤੇ ਫਿਰ ਵੇਖੋ, ਮੈਂ ਆਕਾਸ਼ ਦੀਆਂ ਖਿੜਕੀਆਂ ਤੁਹਾਡੇ ਵਾਸਤੇ ਖੋਲਾਂਗਾ ਜਾਂ ਨਹੀਂ ਖੋਲਾਂਗਾ ਤੇ ਤੁਹਾਡੇ ਉੱਤੇ ਮੈਂ ਬਰਕਤਾਂ ਦਾ ਮੀਂਹ ਵਰਾਵਾਂਗਾ। ਸੋ ਅਸੀਂ ਇੱਥੇ 3 ਗੱਲਾਂ ਸਿੱਖਦੇ ਹਾਂ। ਸਾਰਿਆਂ ਤੋਂ ਪਹਿਲੀ ਗੱਲ, ਜਿਹੜਾ ਇੱਕ ਮਸੀਹੀ ਵਿਅਕਤੀ ਦਸਵੰਧ ਨਹੀਂ ਦਿੰਦਾ ਉਹ ਪਰਮੇਸ਼ਵਰ ਨੂੰ ਲੁੱਟ ਰਿਹਾ ਹੈ। ਦੂਜੀ ਗੱਲ, ਪਰਮੇਸ਼ਵਰ ਸਾਨੂੰ ਚੁਣੌਤੀ ਦਿੰਦਾ ਹੈ। ਉਹ ਕਹਿੰਦਾ ਆਪਣਾ ਦਸਵੰਧ ਮੇਰੇ ਮੋਦੀ ਖਾਨੇ 'ਚ ਲਿਆਓ ਤੇ ਮੈਨੂੰ ਪਰਤਾਓ ਕਿ ਵੇਖੋ ਮੈਂ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਤੁਹਾਨੂੰ ਬਰਕਤ ਦਿੰਨਾ ਕਿ ਨਹੀਂ ਦਿੰਨਾ। ਸੋ ਦੂਜੀ ਗੱਲ, ਜਦੋਂ ਇੱਕ ਮਸੀਹੀ ਵਿਅਕਤੀ ਆਪਣਾ ਦਸਵੰਧ ਦਿੰਦਾ ਹੈ ਉਹ ਪਰਮੇਸ਼ਵਰ ਨੂੰ ਟੈਸਟ ਕਰ ਸਕਦਾ ਹੈ। ਸੋ ਤੀਜੀ ਗੱਲ, ਪਰਮੇਸ਼ਵਰ ਆਪਣੇ ਉਹਨਾਂ ਬੱਚਿਆਂ ਦੇ ਉੱਤੇ ਆਪਣੀਆਂ ਬਰਕਤਾਂ ਦਾ ਮੀਂਹ ਵਰਾਉਂਦਾ ਹੈ ਜਿਹੜੇ ਲੋਕ ਆਪਣਾ ਦਸਵੰਧ ਦਿੰਦੇ ਨੇ। ਸੋ ਪਰਮੇਸ਼ਵਰ ਭਲਾ ਪਰਮੇਸ਼ਵਰ ਹੈ, ਉਹ ਆਪਣੇ ਬੱਚਿਆਂ ਦੀ ਜਿਹੜੀ ਏ ਦੇਖਭਾਲ ਕਰਦਾ ਹੈ। ਸੋ ਇਹਦੇ ਨਾਲ ਨਾਲ ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣਾ ਦਸਵੰਧ ਦਿੰਨੇ ਆ, ਉਹਦੇ ਨਾਲ ਅਸੀਂ ਆਪਣੇ ਪਹਿਲੇ ਫਲ ਵੀ ਪਰਮੇਸ਼ਵਰ ਨੂੰ ਦਿੰਨੇ ਆ। ਹੁਣ ਪਹਿਲੀ ਗੱਲ ਹੈ ਜਿਹੜੀ ਅਸੀਂ ਪਰਮੇਸ਼ਵਰ ਨੂੰ ਦਿੰਨੇ ਉਹ ਆ ਦਸਵੰਧ। ਦੂਜੀ ਗੱਲ ਹੈ ਪਹਿਲਾ ਫਲ, ਫਸਟ ਫਰੂਟ ਇਹਨੂੰ ਬਾਈਬਲ ਕਹਿੰਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੋ ਮੈਂ ਪਰਮੇਸ਼ਵਰ ਨੂੰ ਪਹਿਲੇ ਨੰਬਰ ਤੇ ਦਿੰਨਾ ਵਾਂ, ਮੈਂ ਅਖੀਰਲੀ ਚੀਜ਼ ਪਰਮੇਸ਼ਵਰ ਨੂੰ ਨਹੀਂ ਦਿੰਨਾ, ਮੈਂ ਪਹਿਲੀ ਚੀਜ਼ ਪਰਮੇਸ਼ਵਰ ਨੂੰ ਦਿੰਨਾ ਵਾਂ। ਜਦੋਂ ਮੈਨੂੰ ਮੇਰੀ ਸੈਲਰੀ ਮਿਲਦੀ ਹੈ, ਜਦੋਂ ਵੀ ਮੇਰੇ ਕੋਲ ਮੇਰੇ ਬਿੱਲ ਪੇ ਕਰਨ ਤੋਂ ਬਾਅਦ ਮੈਂ ਪਰਮੇਸ਼ਵਰ ਨੂੰ ਨਹੀਂ ਦਿੰਦਾ। ਸਭ ਤੋਂ ਪਹਿਲਾਂ ਜਦੋਂ ਮੇਰੇ ਕੋਲ ਪੈਸਾ ਆਉਂਦਾ, ਆਪਣੀਆਂ ਕਿਸ਼ਤਾਂ ਭਰਨ ਤੋਂ ਬਾਅਦ ਮੈਂ ਪਰਮੇਸ਼ਵਰ ਨੂੰ ਨਹੀਂ ਦਿੰਦਾ। ਸਾਰਿਆਂ ਤੋਂ ਪਹਿਲਾ ਜਿਹੜਾ ਫਲ ਹੈ ਉਹ ਮੈਂ ਪਰਮੇਸ਼ਵਰ ਨੂੰ ਦਿੰਦਾ ਵਾਂ। ਇਹ ਬੜੀ ਵੱਡੀ ਗੱਲ ਹੈ ਕਿਉਂਕਿ ਬਾਈਬਲ ਸਾਨੂੰ ਇਹ ਸਿਧਾਂਤ ਕਹਾਵਤਾਂ ਦੀ ਕਿਤਾਬ ਉਹਦੇ 3 ਅਧਿਆਏ ਦੇ 9 ਵਚਨ ਦੇ ਵਿੱਚ ਸਿਖਾਉਂਦੀ ਹੈ, ਜਿੱਥੇ ਬਾਈਬਲ ਕਹਿੰਦੀ ਏ ਆਪਣੇ ਧਨ ਦੇ ਨਾਲ ਤੇ ਆਪਣੀ ਪੈਦਾਵਾਰ ਦੇ ਪਹਿਲੇ ਫਲ ਦੇ ਨਾਲ ਪਰਮੇਸ਼ਵਰ ਦਾ ਆਦਰ ਕਰ। ਸੋ ਇੱਥੇ ਦਾ ਮਤਲਬ ਹੈ ਅਸੀਂ ਪਰਮੇਸ਼ਵਰ ਨੂੰ ਪਹਿਲਾ ਦੇਣਾ ਹੈ। ਓਕੇ, ਤੇ ਦੂਜੀ ਗੱਲ ਹੈ ਅਸੀਂ ਪਰਮੇਸ਼ਵਰ ਨੂੰ ਬੈਸਟ ਦੇਣਾ ਹੈ, ਸਭ ਤੋਂ ਵਧੀਆ ਦੇਣਾ ਹੈ। ਸੋ ਇੱਥੇ ਪਰਮੇਸ਼ਵਰ ਸਾਨੂੰ ਵਿਸ਼ਵਾਸ ਦੇ ਨਾਲ ਚੱਲਣ ਦੀ ਗੱਲ ਕਰ ਰਿਹਾ ਹੈ ਕਿ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਜਿਉਂਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੇ ਪਹਿਲੇ ਫਲ ਦੇ ਨਾਲ ਉਹਦਾ ਆਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ਵਰ ਨੂੰ ਕਹਿ ਰਹੇ ਹਾਂ ਪ੍ਰਭੂ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਕਿ ਤੂੰ ਮੇਰੀਆਂ ਸਾਰੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਜ਼ਰੂਰ ਕਰੇਗਾ। ਤੂੰ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ 'ਚ ਜੋ ਕੁਝ ਚਾਹੀਦਾ ਹੈ ਉਹ ਤੂੰ ਸਾਡੇ ਲਈ ਇੰਤਜ਼ਾਮ ਕਰੇਗਾ। ਸੋ ਪੁਰਾਣੇ ਨੇਮ ਦੇ ਵਿੱਚ ਇਹੋ ਜਿਹੇ ਸਮੇਂ ਆਏ ਸੀਗੇ ਜਦੋਂ ਪਰਮੇਸ਼ਵਰ ਨੇ ਲੋਕਾਂ ਨੂੰ ਕਿਹਾ ਕਿ ਉਹ ਵਲੰਟੀਅਰਲੀ ਦੇਣ, ਆਪਣੀ ਸਵੈ ਇੱਛਾ ਦੇ ਨਾਲ ਦੇਣ। ਉਹ ਜਿਹੜਾ ਸਵੈ ਇੱਛਾ ਨਾਲ ਦੇਣਾ ਉਹਨਾਂ ਦੇ ਦਸਵੰਧਾਂ ਤੋਂ ਵੀ ਵੱਧ ਕੇ ਸੀਗਾ। ਸੋ ਇਸੇ ਕਰਕੇ ਬਾਈਬਲ ਉਸ ਨੂੰ ਕਹਿੰਦੀ ਹੈ ਫ੍ਰੀ ਵਿਲ ਆਫਰਿੰਗਸ, ਕਿ ਆਪਣੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਨੂੰ ਭੇਂਟ ਦੇਣੀ ਹੈ। ਤੀਜੇ ਤਰ੍ਹਾਂ ਦਾ, ਪਹਿਲੀ ਗੱਲ ਹੁੰਦੀ ਹੈ ਦਸਵੰਧ, ਦੂਜੀ ਗੱਲ ਹੈ ਪਹਿਲਾ ਫਲ, ਤੇ ਤੀਜੀ ਗੱਲ ਹੈ ਅਸੀਂ ਆਪਣੀ ਇੱਛਾ ਦੇ ਨਾਲ ਫ੍ਰੀ ਵਿਲ ਆਫਰਿੰਗ ਦਿੰਦੇ ਹਾਂ ਪਰਮੇਸ਼ਵਰ ਦੇ ਅੱਗੇ, ਆਪਣੀ ਇੱਛਾ ਦੇ ਨਾਲ ਚੜਾਵਾ ਚੜਾਉਂਦੇ ਹਾਂ। ਜਦੋਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਪਾਈਆਂ ਜਾਂਦੀਆਂ ਨੇ, ਪਰ ਸਾਰਿਆਂ ਤੋਂ ਇੱਕ ਜ਼ਬਰਦਸਤ ਉਦਾਹਰਨ ਜਿਹੜੀ ਆ ਉਹ ਕੂਚ ਦੀ ਕਿਤਾਬ 3 ਦੇ 35 ਅਧਿਆਇ 'ਚ ਪਾਈ ਜਾਂਦੀ ਹੈ।
ਇਸ ਅਧਿਆਏ ਦੇ ਵਿੱਚ ਮੂਸਾ ਜਿਹੜਾ ਹੈ ਉਹ ਪਰਮੇਸ਼ਵਰ ਦਾ ਤੰਬੂ ਬਣਾਉਣ ਵਾਸਤੇ ਲੋਕਾਂ ਦੇ ਕੋਲੋਂ ਉਗਰਾਹੀ ਕਰ ਰਿਹਾ ਹੈ, ਤਾਂ ਕਿ ਲੋਕ ਜਿਹੜੇ ਨੇ ਉਜਾੜ ਦੇ ਵਿੱਚ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰ ਸਕਣ। ਸੋ ਇੱਥੇ ਜਦੋਂ ਉਹ ਉਗਰਾਹੀ ਕਰ ਰਿਹਾ ਤਾਂ ਬਾਈਬਲ ਕਹਿੰਦੀ ਏ ਸਾਰੇ ਲੋਕਾਂ ਨੇ 35 ਅਧਿਆਏ ਦੇ 29 ਵਚਨ ਚ ਲਿਖਿਆ, ਕੂਚ 35 ਦੀ 29 ਚ, ਸਾਰੇ ਆਦਮੀਆਂ ਤੇ ਔਰਤਾਂ ਨੇ, ਇਜ਼ਰਾਈਲ ਦੇ ਲੋਕਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਮੂਵ ਕੀਤਾ, ਜਿਵੇਂ ਪਰਮੇਸ਼ਵਰ ਨੇ ਮੂਸਾ ਦੇ ਦੁਆਰਾ ਉਹਨਾਂ ਨੂੰ ਹੁਕਮ ਦਿੱਤਾ ਸੀ। ਉਹਨਾਂ ਨੇ ਆਪਣੀ ਇੱਛਾ ਦੇ ਨਾਲ ਪਰਮੇਸ਼ਵਰ ਦੇ ਅੱਗੇ ਚੜਾਵੇ ਚੜਾਏ। ਸੋ ਜਿਹੜੀ ਆਪਣੀ ਫ੍ਰੀ ਵਿਲ ਆਫਰਿੰਗ ਹੁੰਦੀ ਆ, ਇੱਛਾ ਦੇ ਨਾਲ ਜਿਹੜਾ ਚੜਾਵਾ ਚੜਾਉਣਾ, ਇਹਦਾ ਮਤਲਬ ਇਹ ਕਈ ਵਾਰੀ ਪਰਮੇਸ਼ਵਰ ਤੁਹਾਡੇ ਦਿਲ ਦੇ ਵਿੱਚ ਇਹ ਗੱਲ ਪਾਵੇਗਾ ਕਿ ਤੁਸੀਂ ਪਰਮੇਸ਼ਵਰ ਦੇ ਕੰਮ ਵਾਸਤੇ ਆਪਣੇ ਦਸਵੰਧ ਤੋਂ, ਆਪਣੀ ਪਹਿਲੇ ਫਰੂਟ ਤੋਂ ਵੀ ਜ਼ਿਆਦਾ ਪਰਮੇਸ਼ਵਰ ਨੂੰ ਦਿਓ। ਸੋ ਅਸੀਂ ਇੱਥੇ ਪੜ੍ਹਦੇ ਹਾਂ ਕਿ ਸਾਰਿਆਂ ਤੋਂ ਪਹਿਲੇ ਨੰਬਰ ਤੇ ਅਸੀਂ ਪਰਮੇਸ਼ਵਰ ਨੂੰ ਦਸਵੰਧ ਦਿੰਦੇ ਹਾਂ, ਦੂਜੇ ਨੰਬਰ ਤੇ ਅਸੀਂ ਪਰਮੇਸ਼ਵਰ ਨੂੰ ਪਹਿਲਾ ਫਲ ਦਿੰਦੇ ਹਾਂ, ਅਸੀਂ ਪਰਮੇਸ਼ਵਰ ਨੂੰ ਜਿਹੜਾ ਬਚ ਗਿਆ ਉਹਦੇ ਚੋਂ ਨਹੀਂ ਦਿੰਦੇ, ਅਸੀਂ ਪਰਮੇਸ਼ਵਰ ਨੂੰ ਬੈਸਟ ਦਿੰਦੇ ਹਾਂ। ਤੇ ਤੀਜੀ ਗੱਲ ਅਸੀਂ ਵੇਖਦੇ ਹਾਂ, ਕਈ ਵਾਰੀ ਪਰਮੇਸ਼ਵਰ ਸਾਡੇ ਦਿਲਾਂ ਨੂੰ ਹਿਲਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੀ ਖੁੱਲੇ ਦਿਲੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਚੜਾਵਾ ਚੜਾਈਏ। ਅਖੀਰ ਦੇ ਵਿੱਚ ਮੈਂ ਹੁਣ ਦੋ ਗੱਲਾਂ ਕਹਿ ਕੇ ਖਤਮ ਕਰਦਾ। ਦੋ ਆਬਜੈਕਸ਼ਨਸ ਨੇ ਜਿਹੜੀਆਂ ਮਸੀਹੀ ਲੋਕ ਉਠਾਉਂਦੇ ਨੇ ਜਦ ਅਸੀਂ ਦਸਵੰਧ ਦੀ ਤੇ ਦਾਨ ਦੇਣ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਇਹ, ਕਈ ਲੋਕ ਕਹਿੰਦੇ ਜੀ ਪੁਰਾਣਾ ਨੇਮ ਹੈ, ਇਹ ਤੇ ਪੁਰਾਣੇ ਨੇਮ ਦੇ ਹੁਕਮ ਹੈ, ਇਹ ਤੇ ਨਵੇਂ ਨੇਮ ਦੇ ਵਿੱਚ ਇਹਨਾਂ ਗੱਲਾਂ ਨੂੰ ਮੰਨਣ ਦੀ ਸਾਨੂੰ ਲੋੜ ਨਹੀਂ ਹੈਗੀ ਹੈ। ਸੋ ਸਾਰਿਆਂ ਤੋਂ ਪਹਿਲੀ ਗੱਲ ਇਹ, ਲੋਕ ਕਹਿੰਦੇ ਜੀ ਨਵੇਂ ਨੇਮ ਦੇ ਵਿੱਚ ਦਸਵੰਧ ਖਤਮ ਹੋ ਗਿਆ। ਸੋ ਹੁਣ ਇਹਦੇ ਨਾਲ ਸਮੱਸਿਆ ਇਹ ਆ ਕਿ ਬਾਈਬਲ ਦੇ ਵਿੱਚ ਇਹ ਪਹਿਲੀ ਆਇਤ ਨਹੀਂ ਹੈ, ਜਿੱਥੇ ਇੱਕ ਹੀ ਆਇਤ ਨਹੀਂ ਹੈਗੀ ਹੈ। ਹੋਰ ਵੀ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਆਇਤਾਂ ਜਿਹੜੀਆਂ ਦਸਵੰਧ ਤੋਂ ਇਲਾਵਾ ਹੋਰ ਵੀ ਆ, ਜਿਹੜੀਆਂ ਨਵੇਂ ਨੇਮ ਦੇ ਵਿੱਚ ਵੀ ਚੱਲਦੀਆਂ ਆ ਰਹੀਆਂ, ਜਿਹੜੀਆਂ ਪੁਰਾਣੇ ਨੇਮ 'ਚ ਵੀ ਸੀ। ਇੱਦਾਂ ਦਸਵੰਧ ਦੀ ਜਿਹੜੀ ਗੱਲ ਏ ਉਹ ਨਵੇਂ ਨੇਮ ਦੇ ਵਿੱਚ ਵੀ ਹੋਈ ਜਾ ਰਹੀ ਏ। ਸੋ ਜੇ ਦਸਵੰਧ ਖਤਮ ਹੋ ਗਿਆ ਤਾਂ ਯੀਸ਼ੂ ਮਸੀਹ ਸਾਨੂੰ ਦੱਸਦਾ, ਉਹਨੇ ਕਹਿ ਦੇਣਾ ਸੀਗਾ ਕਿ ਹੁਣ ਦਸਵੰਧ ਜਿਹੜਾ ਉਹ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਐਵੇਂ ਕਦੇ ਨਹੀਂ ਕਿਹਾ। ਇਸ ਕਰਕੇ ਅਸੀਂ ਦਸਵੰਧ ਦਿੰਨੇ ਆ। ਦੂਜੀ ਗੱਲ ਏ, ਕਈ ਲੋਕ ਕਹਿੰਦੇ ਆ ਟਾਈਡਿੰਗ ਜਿਹੜੀ ਹੈ ਲੀਗਲਿਸਟਿਕ ਹੈ, ਕਾਨੂੰਨਵਾਦ ਨੂੰ ਦਿਖਾਉਂਦਾ ਹੈ ਦਸਵੰਧ ਦੇਣਾ। ਸੋ ਹੁਣ ਇਹਦਾ ਵੀ ਉੱਤਰ ਜਿਹੜਾ ਇਹਦਾ ਬੜਾ ਸਿੰਪਲ ਜਿਹਾ ਉੱਤਰ ਹੈ ਕਿ ਪਰਮੇਸ਼ਵਰ ਦੇ ਦੂਜੇ ਹੁਕਮਾਂ ਦੇ ਬਾਰੇ ਸੋਚੋ ਕਿ ਸੱਚ ਬੋਲਣਾ ਜਿਹੜਾ ਉਹ ਵੀ ਕਾਨੂੰਨਵਾਦ ਨੂੰ ਦਿਖਾਉਂਦਾ ਹੈ, ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਕੀ ਇਹ ਵੀ ਗੱਲ ਪਰਮੇਸ਼ਵਰ ਨੂੰ, ਇੱਕ ਸੱਚੇ ਜਿਉਂਦੇ ਪਰਮੇਸ਼ਵਰ ਨੂੰ ਮੰਨਣਾ, ਕੀ ਇਹ ਵੀ ਕਾਨੂੰਨਵਾਦ ਹੈ? ਕੀ ਪਰਮੇਸ਼ਵਰ ਦੀਆਂ ਆਗਿਆਕਾਰੀਆਂ ਨੂੰ ਮੰਨਣਾ ਜੋ ਪਰਮੇਸ਼ਵਰ ਦੇ ਵਚਨ 'ਚ ਲਿਖਿਆ, ਕੀ ਇਹ ਕਾਨੂੰਨਵਾਦ ਹੈ? ਕਿ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਕਦੇ ਵੀ ਕਾਨੂੰਨਵਾਦ ਨਹੀਂ ਹੁੰਦਾ ਹੈ। ਸਾਨੂੰ ਹਮੇਸ਼ਾ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ। ਵੇਖੋ ਕਾਨੂੰਨਵਾਦ ਕੀ ਹੈ? ਕਾਨੂੰਨਵਾਦ ਦਾ ਮਤਲਬ ਹੈ ਕਿ ਮੈਂ ਪਰਮੇਸ਼ਵਰ ਦੀ ਕਿਰਪਾ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ। ਸੋ ਜਦੋਂ ਮੈਂ ਦਸਵੰਧ ਦਿੰਨਾ, ਮੈਂ ਪਰਮੇਸ਼ਵਰ ਨੂੰ ਇਹ ਨਹੀਂ ਕਹਿਣਾ ਕਿ ਹੁਣ ਮੈਂ ਤੈਨੂੰ ਦਸਵੰਧ ਦੇਤਾ, ਹੁਣ ਤੂੰ ਮੈਨੂੰ ਇੰਨੇ ਪੈਸੇ ਦੇ। ਉਹਦਾ ਮਤਲਬ ਹੈ ਪਰਮੇਸ਼ਵਰ ਦੀ ਕਿਰਪਾ ਨੂੰ ਖਰੀਦਣਾ। ਕਾਨੂੰਨਵਾਦ ਹੈ ਜਦੋਂ ਮੈਂ ਪਰਮੇਸ਼ਵਰ ਦੀ ਕਿਰਪਾ ਤੇ ਮੁੱਲ ਪਾਉਣਾ। ਮੈਂ ਇੱਥੇ ਪਰਮੇਸ਼ਵਰ ਦੀ ਕਿਰਪਾ ਤੇ ਮੁੱਲ ਨਹੀਂ ਪਾ ਰਿਹਾ, ਅਸੀਂ ਤੇ ਪਰਮੇਸ਼ਵਰ ਦੀ ਆਗਿਆਕਾਰੀ ਕਰ ਰਹੇ ਹਾਂ, ਕਿਉਂਕਿ ਪਰਮੇਸ਼ਵਰ ਨੇ ਕਿਹਾ ਆਪਣਾ ਦਸਵੰਧ ਦਿਓ, ਸੋ ਮੈਨੂੰ ਆਪਣਾ ਦਸਵੰਧ ਦੇਣਾ ਚਾਹੀਦਾ ਹੈ। ਪਰਮੇਸ਼ਵਰ ਨੇ ਕਿਹਾ ਆਪਣੇ ਪਹਿਲੇ ਫਲ ਮੇਰੇ ਅੱਗੇ ਚੜਾਓ, ਮੈਨੂੰ ਚੜਾਉਣੇ ਚਾਹੀਦੇ ਆ। ਪਰਮੇਸ਼ਵਰ ਨੇ ਕਿਹਾ ਖੁੱਲ੍ਹ ਦਿਲੀ ਦੇ ਨਾਲ ਮੈਨੂੰ ਦਿਓ, ਮੈਨੂੰ ਦੇਣਾ ਚਾਹੀਦਾ ਹੈ। ਇਹ ਕੋਈ ਕਾਨੂੰਨਵਾਦ ਨਹੀਂ ਹੈ, ਇਹ ਤੇ ਮੇਰੇ ਪ੍ਰੇਮ ਦਾ ਪ੍ਰਗਟਾਵਾ ਹੈ, ਜਿਹਦਾ ਪ੍ਰਗਟੀਕਰਨ ਮੈਂ ਆਪਣੇ ਪੈਸੇ ਦੇ ਦੁਆਰਾ ਪਰਮੇਸ਼ਵਰ ਦੇ ਅੱਗੇ ਕਰ ਰਿਹਾ ਹਾਂ। ਸੋ ਹੁਣ ਅਖੀਰ ਦੇ ਵਿੱਚ ਪਿਆਰੋ ਆਪਾਂ ਇਹਨੂੰ ਖਤਮ ਕਰੀਏ ਇੱਥੇ। ਸੋ ਸਿੱਟੇ ਵਜੋਂ ਸੋ ਬਾਈਬਲ ਸਾਨੂੰ ਦੱਸਦੀ ਏ ਕਿ ਇੱਕ ਵਿਸ਼ਵਾਸੀ ਦੀ ਦੇਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੋ ਬਾਈਬਲ ਸਾਨੂੰ ਦੱਸਦੀ ਸਾਨੂੰ ਦਸਵੰਧ ਦੇਣਾ ਚਾਹੀਦਾ ਹੈ। ਬਾਈਬਲ ਸਾਨੂੰ ਦੱਸਦੀ ਏ ਕਿ ਸਾਨੂੰ ਪਰਮੇਸ਼ਰ ਨੂੰ ਪਹਿਲਾ ਫਲ ਦੇਣਾ ਚਾਹੀਦਾ ਹੈ। ਤੇ ਬਾਈਬਲ ਸਾਨੂੰ ਦੱਸਦੀ ਏ ਕਿ ਜਦੋਂ ਵੀ ਪਰਮੇਸ਼ਰ ਤੁਹਾਡੇ ਦਿਲ ਦੇ ਵਿੱਚ ਕੁਝ ਪਾਉਂਦਾ ਹੈ ਤੁਹਾਨੂੰ ਉਹ ਕਰਨਾ ਚਾਹੀਦਾ ਹੈ। ਸੋ ਅੱਜ ਦੇ ਦਿਨ ਦੇ ਵਿੱਚ ਤੁਸੀਂ ਵੀ ਇੱਕ ਫੈਸਲਾ ਕਰੋ ਕਿ ਮੈਂ ਆਪਣੇ ਪੈਸੇ ਦੇ ਨਾਲ ਕਿਵੇਂ ਪਰਮੇਸ਼ਵਰ ਦੀ ਸੇਵਾ ਕਰਾਂਗਾ। ਸੋ ਸਾਨੂੰ ਇਹਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ? ਆਪਣਾ ਦਸਵੰਧ ਪਰਮੇਸ਼ਰ ਨੂੰ ਦੇਣ ਦੇ ਦੁਆਰਾ। ਮੈਂ ਜਾਣਦਾ ਇਹ ਔਖੀ ਸਿੱਖਿਆ ਹੈ, ਪਰ ਜੇ ਤੁਸੀਂ ਇਹਨੂੰ ਕਰਨਾ ਸ਼ੁਰੂ ਕਰੋਗੇ ਤੁਸੀਂ ਵੇਖੋਗੇ ਕਿ ਕਿਵੇਂ ਤੁਹਾਡੇ ਦਿਲ ਦੇ ਸਿਆਸਨ ਦੇ ਉੱਤੇ ਪਰਮੇਸ਼ਵਰ ਦਾ ਰਾਜ ਹੋਵੇਗਾ। ਤੁਹਾਡੇ ਦਿਲ ਦੇ ਸਿਆਸਨ ਦੇ ਉੱਤੇ ਫਿਰ ਪੈਸੇ ਦਾ ਰਾਜ ਨਹੀਂ ਰਹਿ ਜਾਏਗਾ, ਬਲਕਿ ਪਰਮੇਸ਼ਰ ਤੁਹਾਡੇ ਸਿਆਸਨ ਤੇ ਰਾਜ ਕਰੇਗਾ। ਸੋ ਪ੍ਰਭੂ ਤੁਹਾਨੂੰ ਬਲੈਸ ਕਰੇ। ਇਹ ਟੀਚਿੰਗ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ। ਜੈ ਮਸੀਹ ਦੀ।